ਬੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਹਮੇ ਅੰਧਲੇ ਅੰਧ ਬਿਖੈ ਬਿਖਰਾਤੇ। ਕਿਉ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ। ਹਮ ਲਾਵਹਿ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ। ਹਰ ਹਰ ਕਥਾ ਨਿਰਾਲੀ ਜੋ ਗੁਰ ਕਹੈ ਸੋਈ ਪਲ ਮਾਨੋ। ਹਰ ਹਰ ਕਥਾ ਨਿਰਾਲੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਅੰਮ੍ਰਿਤਮਈ ਮੁਬਾਰਕ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ। ਗੁਰੂ ਸਾਹਿਬ ਜੀ ਦੀਆਂ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਹਨ। ਗੁਰੂ ਕੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੇ ਹਨ ਔਰ ਗੁਰੂ ਦਰਬਾਰ ਦਾ ਆਨੰਦ ਮਾਣਦੇ ਹੋਏ ਰੋਜ਼ਾਨਾ ਦੀ ਤਰ੍ਹਾਂ ਨਿਤਾ ਪ੍ਰਤੀ ਦੀ ਤਰ੍ਹਾਂ ਪਾਵਨ ਔਰ ਪਵਿੱਤਰ ਤੁਰ ਕੀ ਇਲਾਹੀ ਸਾਚੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਸਨਮਾਨ ਸਤਿਕਾਰਯੋਗ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ ਹਨ। ਔਰ ਕਿਉਂਕਿ ਇਹ ਸਾਡੀ ਮਰਿਆਦਾ ਦਾ ਇੱਕ ਹਿੱਸਾ ਹੈ, ਗੁਰੂ ਕਾ ਸਿੱਖ ਸਤ ਸੰਗੀ ਹੋਏ ਰੋਜ਼ਾਨਾ ਨੇਮ ਤੇ ਪ੍ਰੇਮ ਦੇ ਨਾਲ ਗੁਰੂ ਸੰਗਤ 'ਚ ਜੁੜੇ। ਹਾਂ, ਇੰਨੀ ਗੱਲ ਹੈ ਕਿ ਕੋਈ ਬੰਦਿਸ਼ ਨਹੀਂ ਹੈ ਕਿ ਕਿੰਨਾ ਸਮਾਂ ਜੁੜਨਾ ਹੈ। ਕੋਈ ਬਹੁਤਾ ਸਮਾਂ ਜੁੜੇ, ਕੋਈ ਥੋੜ੍ਹਾ ਸਮਾਂ ਜੁੜੇ, ਪਰ ਜੁੜਨਾ ਜ਼ਰੂਰ ਹੈ। ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉਠ ਪ੍ਰਭਾਤੇ ਕਰ ਹਿਤ ਚੀਤ। ਦਸਮ ਪਾਤਸ਼ਾਹ ਜੀ ਨੇ ਭਾਈ ਆਨੰਦ ਲਾਲ ਸਾਹਿਬ ਜੀ ਦੇ ਨਾਲ ਵਿਚਾਰ ਚਰਚਾ ਕਰਦੇ ਹੋਏ ਉਹਨਾਂ ਦੇ ਸਵਾਲ 'ਤੇ ਜੋ ਉੱਤਰ ਦਿੱਤਾ, ਉਹਨੂੰ ਫਿਰ ਇਸ ਗੁਰੂ ਘਰ ਦੇ ਸਿਰਮੌਰ ਵਿਦਵਾਨ ਨੇ ਕਲਮਬੰਦ ਕੀਤਾ ਹੈ।
ਗੁਰਸਿੱਖੀ ਦੀ ਇੱਕ ਰਹਿਤ, ਇੱਕ ਮਰਿਆਦਾ। ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉੱਠ ਪ੍ਰਭਾਤੇ ਕਰ ਹਿਤ ਚੀਤ। ਸੰਧਿਆ ਸਮੇਂ ਸੁਣੇ ਰਹਿ ਰਾਸ, ਕੀਰਤਨ ਕਥਾ ਸੁਣੇ ਹਰ ਜਾਸ। ਜਿੱਥੇ ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਦੇ ਨਾਲ ਜੁੜ ਕੇ ਸਕਾਰਤ ਤੇ ਸਫਲ ਬਣਾਉਣਾ ਹੈ, ਉੱਥੇ ਇਹ ਸੰਧਿਆ ਵੇਲੇ ਦੀਆਂ ਘੜੀਆਂ ਨੂੰ ਵੀ ਸਫਲ ਬਣਾਉਣ ਦੇ ਲਈ ਗੁਰੂ ਕੀ ਸੰਗਤ ਤੇ ਗੁਰੂ ਕੇ ਦਰਬਾਰ ਦਾ ਸਹਾਰਾ ਲੈਣਾ ਹੈ। ਔਰ ਉਹਦੇ ਲਈ ਸੋਦਰ ਦੀ ਮਰਿਆਦਾ, ਕੀਰਤਨ ਦੀ, ਕਥਾ ਦੀ ਜੋ ਮਰਿਆਦਾ ਜਾਂ ਗੁਰੂ ਘਰ ਦੀ ਪਰੰਪਰਾ ਹੈ, ਉਹਨੂੰ ਆਪਾਂ ਸਭ ਨੇ ਫੋਲੋ ਕਰਨਾ ਹੈ। ਸੋ ਸਤਿਗੁਰੂ ਜੀ ਦੀ ਰਹਿਮਤ, ਗੁਰੂ ਸੰਗਤ ਦਾ ਆਨੰਦ ਮਾਣਦੇ ਹੋਏ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਆਂ ਪਾਸੋਂ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਨੇ। ਉਪਰੰਤ ਆਓ ਗੁਰਬਾਣੀ ਵਿਚਾਰ ਦੇ ਨਾਲ ਜੁੜੀਏ। ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਨੇ ਜੋ ਪਾਵਨ ਸ਼ਲੋਕਾਂ ਦੇ ਰਾਹੀਂ ਉਪਦੇਸ਼ ਸਾਡੀ ਝੋਲੀ ਪਾਏ ਨੇ, ਉਹਨਾਂ ਪਾਵਨ ਪਵਿੱਤਰ ਬਚਨਾਂ ਦੀ, ਕਬੀਰ ਸਾਹਿਬ ਜੀ ਦੇ ਸ਼ਲੋਕਾਂ ਦੀ ਨਿਤਾ ਪ੍ਰਤੀ ਆਪਾਂ ਵਿਚਾਰ ਕਰਦੇ ਹਾਂ। ਆਓ ਵਿਚਾਰ ਦੀ ਲੜੀ ਨੂੰ ਆਰੰਭਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ। ਪਿਆਰ ਅਦਬ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 92 ਸ਼ਲੋਕਾਂ ਤੱਕ ਦੀ ਵਿਚਾਰ ਪਿਛਲੇਰਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ। ਇਸ ਤੋਂ ਅੱਗੇ 93 ਨੰਬਰ ਸ਼ਲੋਕ, ਇਸ ਸ਼ਲੋਕ ਅੰਦਰ ਕਬੀਰ ਸਾਹਿਬ ਜੀ ਸੰਗਤ ਤੇ ਕੁਸੰਗਤ ਦੀ ਗੱਲ ਕਰਦੇ ਹਨ। ਔਰ ਗੁਰਬਾਣੀ 'ਚ ਜਿਵੇਂ ਆਪਾਂ ਹੁਣੇ ਆਰੰਭ 'ਚ ਗੱਲ ਕੀਤੀ ਹੈ ਕਿ ਸਾਨੂੰ ਸਤ ਸੰਗਤ ਦੇ ਧਾਰਨੀ ਹੋਣ ਦਾ ਉਪਦੇਸ਼ ਦਿੱਤਾ ਗਿਆ ਹੈ। ਸੰਗਤ ਦਾ ਮਤਲਬ ਹੈ ਇਕੱਠ, ਸਤ ਸੰਗਤ ਦਾ ਮਤਲਬ ਹੈ ਸਤ ਦੀ ਸੰਗਤ, ਸੱਚ ਦੀ ਸੰਗਤ, ਸੱਚੇ ਭਲੇ ਪੁਰਖਾਂ ਦੀ ਸੰਗਤ। ਕੁਸੰਗਤ ਦਾ ਮਤਲਬ ਹੈ ਮਾੜੇ ਬੰਦਿਆਂ ਦੀ ਸੰਗਤ, ਮਾੜਿਆਂ ਦਾ ਸੰਗ। ਔਰ ਇਹ ਸਾਡੀ ਜ਼ਿੰਦਗੀ ਦੇ ਲਈ ਲਾਹੇਵੰਦ ਹੈ ਕਿ ਅਸੀਂ ਚੰਗੀ ਸੰਗਤ ਦੇ ਧਾਰਨੀ ਬਣੀਏ। ਉਹਦੀ ਬਰਕਤ ਹੈ, ਉਹਦੀ ਵਡਿਆਈ ਹੈ। ਔਰ ਮਾੜੀ ਸੰਗਤ ਦਾ ਨੁਕਸਾਨ ਹੈ। ਕੱਲ੍ਹ ਵੀ ਜਿਹੜੇ ਆਪਾਂ ਕਬੀਰ ਜੀ ਦੇ ਬਚਨਾਂ ਦੀ ਵਿਚਾਰ ਕੀਤੀ ਸੀ, ਉੱਥੇ ਉਹਨਾਂ ਨੇ ਇੱਕ ਪ੍ਰਮਾਣ ਦੇ ਕੇ ਗੱਲ ਸਾਨੂੰ ਸਮਝਾਈ ਕਿ ਕੇਲੇ ਦੇ ਦਰਖਤ ਤੇ ਬੇਰੀ ਦੇ ਦਰਖਤ ਦੇ ਨੇੜੇ ਨੇੜੇ ਹੋਣ ਦਾ ਕੇਲੇ ਨੂੰ ਨੁਕਸਾਨ ਸਹਿਣਾ ਪੈਂਦਾ ਹੈ, ਕਿਉਂਕਿ ਕੇਲੇ ਦੇ ਪੱਤੇ ਤੇ ਕੋਮਲ ਹਨ, ਪਰ ਬੇਰੀ ਦੇ ਜਿਹੜੇ ਟਹਿਣੇ ਹਨ ਉਹ ਕੰਡਿਆਂ ਦੇ ਨਾਲ ਭਰੇ ਹਨ। ਹਵਾ ਚੱਲਦੀ ਹੈ, ਉਹ ਝੂਲਾ, ਉਹ ਚੀਰੀ ਹੈ, ਸਾਕਤ ਸੰਗ ਨਾ ਹੇਰ। ਤੇ ਉਹ ਕੇਲੇ ਦੇ ਪੱਤਿਆਂ ਨੂੰ ਬੇਰੀ ਦੇ ਕੰਡੇ ਚੀਰ ਸੁੱਟਦੇ ਹਨ। ਤੇ ਉਹ ਨੁਕਸਾਨ ਹੁਣ ਕਿਉਂ ਸਹਿਣਾ ਪਿਆ? ਕਿਉਂਕਿ ਉਹ ਬੇਰੀ ਦੇ ਦਰਖਤ ਦੇ ਨੇੜੇ ਹੈ, ਨੇੜੇ ਕਰਕੇ, ਸੰਗਤ ਕਰਕੇ। ਅੱਜ ਕਬੀਰ ਸਾਹਿਬ ਫਰਮਾਨ ਕਰਦੇ, ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਬਾਹ। ਸਾਧ ਮਤਲਬ ਭਲੇ ਪੁਰਖ। ਗੁਰਬਾਣੀ 'ਚ ਸਾਧ ਲਫ਼ਜ਼ ਕਈ ਅਰਥਾਂ ਦੇ ਵਿੱਚ ਆਇਆ ਹੈ। ਗੁਰੂ ਨੂੰ ਵੀ ਸਾਧ ਕਿਹਾ ਗਿਆ ਹੈ, ਭਲੇ ਪੁਰਖਾਂ ਦੇ ਲਈ ਵੀ ਇੱਕ ਵਚਨ ਦੇ ਰੂਪ ਦੇ ਵਿੱਚ ਵੀ ਸਾਧ ਆਇਆ ਹੈ, ਬਹੁ ਵਚਨ ਦੇ ਰੂਪ ਦੇ ਵਿੱਚ ਵੀ ਸਾਧ ਸੰਗਤ ਦੇ ਰੂਪ 'ਚ ਆਇਆ ਹੈ। ਉਹ ਭਲੇ ਪੁਰਖਾਂ ਦਾ ਇਕੱਠ, ਸਤ ਸੰਗਤ। ਜਿਵੇਂ ਮਹਾਰਾਜ ਦੇ ਬਚਨ ਹਨ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਮਹਾਰਾਜ ਕਹਿੰਦੇ ਖੋਜਦਿਆਂ ਖੋਜਦਿਆਂ ਇਸ ਨਤੀਜੇ 'ਤੇ ਅਸੀਂ ਪਹੁੰਚੇ ਹਾਂ।
ਤੇ ਬਹੁਤਿਆਂ ਦੇ ਕੋਲੋਂ ਇਹ ਵਿਚਾਰ ਅਸੀਂ ਸੁਣੀ ਹੈ, ਸਮਝੀ ਹੈ ਕਿ ਸਾਧ ਸੰਗਤ ਬਿਨ ਤਰਿਓ ਨਾ ਕੋਏ। ਚੰਗੀ ਸੰਗਤ ਤੋਂ ਬਿਨਾਂ ਬੰਦਾ ਪਾਰ ਨਹੀਂ ਲੰਘ ਸਕਦਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੜੇ ਪਿਆਰੇ ਬਚਨ ਹਨ। ਇੱਕ ਤੇ ਉਹਨਾਂ ਨੇ ਅੰਮ੍ਰਿਤ ਵੇਲੇ ਦੀ ਮਰਿਆਦਾ ਦੀ ਗੱਲ ਕਰਦਿਆਂ ਬਚਨ ਕਹੇ ਕਿ ਚੌਥੇ ਪਹਿਰ ਸੁਬਾ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਉ। ਮਹਾਰਾਜ ਕਹਿੰਦੇ ਉਹਨਾਂ ਦੀ ਚੌਥੇ ਪਹਿਰ ਸੰਗਤ ਕਰ ਜਿਨ੍ਹਾਂ ਦੇ ਮਨ ਅੰਦਰ ਮੁਖ ਅੰਦਰ ਸੱਚੇ ਦਾ ਸੱਚਾ ਨਾਮ ਵਸਿਆ ਹੋਇਆ ਹੈ। ਤੇ ਫਿਰ ਗੁਰੂ ਅੰਗਦ ਸਾਹਿਬ ਨੂੰ ਹੱਥ ਜੋੜ ਸਿੱਖਾਂ ਜਦੋਂ ਬੇਨਤੀ ਕੀਤੀ, ਮਹਾਰਾਜ ਇੱਕ ਪਹਿਰ ਤੇ ਤੁਸੀਂ ਦੱਸ ਦਿੱਤਾ ਕਿ ਉਹਨਾਂ ਦੀ ਸੰਗਤ ਕਰੋ ਜਿਨ੍ਹਾਂ ਦੇ ਮਨ ਮੁਖ 'ਚ ਦੋਵਾਂ ਜਗ੍ਹਾ ਤੇ ਸੱਚਾ ਨਾਮ ਵਸਿਆ, ਅੰਦਰ ਬਾਹਰ। ਇਹ ਤੇ ਹੋਈ ਇੱਕ ਪਹਿਰ ਦੀ ਗੱਲ। ਪਰ ਦਿਨ ਰਾਤ ਦੇ 8 ਪਹਿਰ ਹੁੰਦੇ ਹਨ, ਬਾਕੀ ਦੇ ਜਿਹੜੇ 7 ਪਹਿਰ ਹਨ ਉਹਨਾਂ ਪਹਿਰਾਂ ਦੇ ਵਿੱਚ ਕੀ ਕਰਨਾ ਹੈ। ਹੁਣ ਵੇਖੋ, ਇੱਕ ਤੇ ਉਹ ਸਮਾਂ ਜਿਹੜਾ ਆਪਾਂ ਇੱਥੇ ਸੰਗਤ ਦੇ ਵਿੱਚ ਜੁੜ ਕੇ ਬਤੀਤ ਕੀਤਾ, ਇਹਦੇ 'ਚ ਤੇ ਕੋਈ ਸ਼ੱਕ ਨਹੀਂ ਜਿੰਨਾ ਸਮਾਂ ਵੀ ਬੈਠਾਂਗੇ ਗੁਰੂ ਕੀਆਂ ਗੱਲਾਂ ਹੀ ਹੋਣੀਆਂ ਨੇ। ਗੁਰੂ ਕਾ ਕੀਰਤਨ ਚੱਲੇਗਾ, ਪਾਠ ਚੱਲੇਗਾ, ਕਥਾ ਚੱਲੇਗੀ। ਜੇ ਕੁਝ ਨਾ ਵੀ ਚੱਲ ਰਿਹਾ ਹੋਵੇਗਾ ਤੇ ਘੱਟ ਤੋਂ ਘੱਟ ਗੁਰੂ ਕੇ ਦਰਬਾਰ 'ਚ ਜਦੋਂ ਅਸੀਂ ਹੋਵਾਂਗੇ ਤੇ ਟਿਕਾ 'ਚ ਇਕਾਗਰਤਾ 'ਚ ਬੈਠੇ ਜ਼ਰੂਰ ਹੋਵਾਂਗੇ। ਇਹ ਤੇ ਹੈ ਕੁਝ ਸਮੇਂ ਦਾ ਸਾਡਾ ਸੰਗਤ 'ਚ ਜੁੜਨਾ। ਪਰ ਬਹੁਤਾ ਸਮਾਂ ਅਸੀਂ ਬਾਹਰ ਸੰਗਤ ਤੋਂ ਬਾਹਰ ਵਿਚਰਦੇ ਹਾਂ, ਪਰਿਵਾਰ 'ਚ, ਕਾਰੋਬਾਰ 'ਚ, ਹੋਰ ਕੰਮਾਂ ਕਾਰਾਂ 'ਚ ਵਿਚਰਦੇ ਹਾਂ। ਹੁਣ ਉਹ ਜਿਹੜਾ ਸਾਡਾ ਸਮਾਂ ਹੈ ਉਹ ਅਸੀਂ ਕਿੱਦਾਂ ਬਤੀਤ ਕਰਨਾ, ਕਿਹਨਾਂ ਦੀ ਸ਼ੋਭਤ ਦੇ ਵਿੱਚ ਬਤੀਤ ਕਰਨਾ, ਉਹ ਵੀ ਸਤਿਗੁਰੂ ਨੇ ਸਾਡੀ ਅਗਵਾਈ ਦਿੱਤੀ ਹੈ। ਅਸਲ 'ਚ ਇਹ ਸਾਡਾ ਸੰਗਤ 'ਚ ਜੁੜਨਾ, ਇਹ ਸਾਡੀ ਪਾਠਸ਼ਾਲਾ ਹੈ ਜਿੱਥੋਂ ਆਪਾਂ ਸਿੱਖਣ ਦੇ ਲਈ ਆਉਂਦੇ ਹਾਂ। ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਸੰਗਤ ਗੁਰੂ ਦੀ ਪਾਠਸ਼ਾਲਾ ਹੈ ਤੇ ਇੱਥੇ ਸਾਡਾ ਸਭ ਦਾ ਪਾਂਧਾ ਕੌਣ ਹੈ? ਪੂਰਾ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਅਸੀਂ ਸਾਰੇ ਗੁਰੂ ਕੀ ਸੰਗਤ ਦੇ ਸਿਖਿਆਰਥੀ ਹਾਂ, ਵਿਦਿਆਰਥੀ ਹਾਂ, ਸਿੱਖ ਹਾਂ। ਸਿੱਖ ਦਾ ਮਤਲਬ ਹੀ ਸਿੱਖਣ ਵਾਲਾ ਹੁੰਦਾ ਹੈ, ਸਿਖਿਆਰਥੀ। ਤੇ ਸਾਨੂੰ ਸਿਖਾਉਣ ਵਾਲੇ ਹਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਪੂਰਾ ਗੁਰੂ ਪ੍ਰਤੱਖ ਹਰ। ਔਰ ਇੱਥੋਂ ਅਸੀਂ ਫਿਰ ਇੱਕ ਲੈਸਨ ਲੈ ਕੇ ਜਾਣਾ, ਇੱਕ ਪਾਠ, ਇੱਕ ਸਿੱਖਿਆ ਲੈ ਕੇ ਜਾਣੀ ਹੈ। ਉਹ ਜਿਹੜੀ ਇੱਥੋਂ ਸਿੱਖਿਆ ਅਸੀਂ ਲਈ ਹੈ ਉਹਨੂੰ ਫਿਰ ਬਾਕੀ ਦਾ ਜਿੰਨਾ ਸਮਾਂ ਅਸੀਂ ਬਾਹਰ ਸੰਗਤ ਦੇ ਵਿੱਚ ਬਤੀਤ ਕਰਦੇ ਹਾਂ ਉਹਦੇ ਵਿੱਚ ਕਮਾਉਣਾ ਹੈ, ਉੱਥੇ ਕਮਾਉਣਾ ਹੈ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਚੌਥੇ ਪੈਰ ਸੁਬਾ ਕੇ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਉ। ਤੇ ਅਗਲੀ ਗੱਲ ਮਹਾਰਾਜ ਕਹਿੰਦੇ ਸੱਤੀ ਪੈਰੀ ਸਤ ਭਲਾ। ਚੌਥਾ ਪੈਰ, ਇੱਕ ਪੈਰ ਅੰਮ੍ਰਿਤ ਵੇਲਾ ਤੇ ਬਤੀਤ ਕੀਤਾ ਉਹਨਾਂ ਦੀ ਸੰਗਤ 'ਚ ਜਿਨ੍ਹਾਂ ਦੇ ਮਨ ਅਤੇ ਮੁਖ 'ਚ ਸੱਚਾ ਨਾਮ ਵਰਤਦਾ ਹੈ। ਬਾਕੀ ਦਾ ਸਮਾਂ ਕਿਵੇਂ ਬਤੀਤ ਕਰਨਾ? ਹਜੂਰ ਸੱਚੇ ਪਾਤਸ਼ਾਹ ਕਹਿੰਦੇ ਸੱਤੀ ਪੈਰੀ ਸਤ ਭਲਾ, ਬਈਐ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਆ, ਕੂੜੇ ਘਟੈ ਰਾਸ। ਜਿਹੜੇ ਬਾਕੀ ਦੇ 7 ਪੈਰ ਹਨ ਉਹ ਵੀ ਸਾਡਾ ਚੰਗਿਆਂ ਦੇ ਨਾਲ ਸੰਗ ਹੋਣਾ ਚਾਹੀਦਾ ਹੈ, ਚੰਗਿਆਂ ਦੀ ਸੰਗਤ, ਤਾਂ ਕਿ ਸਾਡੇ ਜੀਵਨ 'ਚੋਂ ਪਾਪ ਘਟਣ ਤੇ ਪੁੰਨ ਵਧਣ, ਬੁਰਾਈਆਂ ਘਟਣ ਤੇ ਚੰਗਿਆਈਆਂ ਵਧਣ। ਤੇ ਉਹ ਤਾਂ ਹੀ ਚੰਗਿਆਈਆਂ ਵੱਧ ਸਕਦੀਆਂ ਨੇ ਜੇ ਅਸੀਂ ਚੰਗਿਆਂ ਦੀ ਸੰਗਤ 'ਚ ਜੁੜੇ ਹਾਂ। ਕਬੀਰ ਸਾਹਿਬ ਕਹਿੰਦੇ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਬਾਹ, ਸਾਕਤ ਸੰਗ ਨਾ ਕੀਜੀਐ ਜਾਤੇ ਹੋਏ ਬਿਨਾ। ਸਾਧ ਦੀ ਸੰਗਤ ਕਰਾਂਗੇ ਤੇ ਲਾਭ ਮਿਲੇਗਾ, ਤੇ ਜੇ ਸਾਕਤ ਦੀ ਸੰਗਤ ਕਰਾਂਗੇ ਤੇ ਉਹਦਾ ਨੁਕਸਾਨ ਹੋਵੇਗਾ, ਉਹਦਾ ਘਾਟਾ ਜੀਵਨ 'ਚ ਪਏਗਾ। ਭਾਵੇਂ ਥੋੜੇ ਸਮੇਂ ਦੀ ਸੰਗਤ ਹੋਵੇ, ਭਾਵੇਂ ਬਹੁਤੇ ਸਮੇਂ ਦੀ ਸੰਗਤ ਹੋਵੇ, ਥੋੜੀ ਤੋਂ ਥੋੜੀ ਕੀਤੀ ਹੋਈ ਭਲੇ ਪੁਰਖ ਦੀ ਸੰਗਤ ਦਾ ਲਾਭ ਮਿਲਦਾ ਜੇ, ਤੇ ਥੋੜੀ ਤੋਂ ਥੋੜੀ ਕੀਤੀ ਹੋਈ ਸਾਕਤ ਦੀ ਸੰਗਤ ਦਾ ਵੀ ਨੁਕਸਾਨ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ
ਇਹ ਵਿਚਾਰ ਸਮਝਾਉਂਦਿਆਂ ਹੋਇਆਂ ਤੇ ਕੁਝ ਉਦਾਹਰਨਾਂ ਦਿੱਤੀਆਂ ਨੇ ਸਾਡੇ ਸਾਹਮਣੇ ਕਿ ਇਹ ਨਹੀਂ ਬੰਦਾ ਕਵੇ ਜੀ ਮੈਂ ਤਾਂ ਥੋੜ੍ਹਾ ਜਿੰਨਾ ਸਮਾਂ ਹੀ ਬੈਠਾ ਸੀ, ਉਹਦੇ ਨਾਲ ਕੀ ਹੋਣਾ ਹੈ। ਨੁਕਸਾਨ ਤੇ ਉਹਦਾ ਹੋਵੇਗਾ ਜਿਹੜਾ ਘੰਟਿਆਂ ਬੱਧੀ ਮਾੜੀ ਸੰਗਤ 'ਚ ਬਹਿੰਦਾ। ਮੈਂ ਤੇ 2-4 ਮਿੰਟ 10 ਮਿੰਟ ਹੀ ਬੈਠਾ ਸੀ, ਮੇਰਾ ਕੀ ਨੁਕਸਾਨ। ਭਾਈ ਗੁਰਦਾਸ ਸਾਹਿਬ ਕਹਿੰਦੇ ਨਹੀਂ, ਥੋੜ੍ਹੇ ਤੋਂ ਥੋੜ੍ਹੇ ਸਮੇਂ ਦੀ ਕੀਤੀ ਹੋਈ ਸੰਗਤ ਨੁਕਸਾਨ, ਮਾੜੀ ਸੰਗਤ ਨੁਕਸਾਨ ਕਰਦੀ ਹੈ, ਚੰਗੀ ਸੰਗਤ ਦਾ ਲਾਹਾ ਮਿਲ ਜਾਂਦਾ ਹੈ। ਉਹਨਾਂ ਉਦਾਹਰਨਾਂ ਦਿੱਤੀਆਂ, ਕਹਿੰਦੇ ਤਨਕ ਹੀ ਜਾਮਨ ਕੈ ਦੁੱਧ ਦਧ ਹੋਤ, ਜੈਸੇ ਤਨਕ ਹੀ ਕਾਂਜੀ ਪਰ ਦੂਧ ਫਟ ਜਾਤ ਹੈ। ਹੁਣ ਦੁੱਧ ਦੇ ਵਿੱਚ ਜਾਗ ਲਗਾਈ ਜਾਂਦੀ ਹੈ, ਜਿਹਦੇ ਤੋਂ ਅੱਗੇ ਦਹੀਂ ਬਣਦਾ, ਫਿਰ ਹੋਰ ਕਿੰਨਾ ਕੁਝ ਆਪਾਂ ਬਣਾਉਂਦੇ ਹਾਂ। ਉਹ ਜਾਗ ਕਿੰਨੀ ਕੁ ਹੁੰਦੀ ਹੈ? ਬਿਲਕੁਲ ਥੋੜ੍ਹੀ ਜਿੰਨੀ। ਬਸ ਇੰਨਾ ਹੈ ਕਿ ਉਹ ਹੁੰਦਾ ਉਹ ਵੀ ਇੱਕ ਖੱਟਾ ਹੀ ਹੈ, ਪਰ ਇੱਕ ਸਿਸਟਮੈਟਿਕਲ ਤਰੀਕੇ ਦੇ ਨਾਲ ਉਹ ਦੁੱਧ ਨੂੰ ਜਾਗ ਲੱਗਦੀ ਹੈ, ਉਹਦਾ ਦਹੀਂ ਬਣਦਾ ਹੈ। ਥੋੜ੍ਹੀ ਜਿੰਨੀ ਜਾਗ ਹੁੰਦੀ ਹੈ। ਤੇ ਭਾਈ ਸਾਹਿਬ ਕਹਿੰਦੇ ਤਨਕ ਹੀ ਕਾਂਜੀ ਪਰ ਦੂਧ ਫਟ ਜਾਤ ਹੈ। ਦੂਜੇ ਪਾਸੇ ਕਾਂਜੀ ਖੱਟਾ ਦੁੱਧ ਦੇ ਵਿੱਚ ਪੈ ਗਿਆ ਤੇ ਦੁੱਧ ਫੁੱਟ ਜਾਂਦਾ ਹੈ, ਭਾਵੇਂ ਬਿਲਕੁਲ 4 ਬੂੰਦਾਂ ਹੀ ਪੈਣ। ਇੱਕ ਤਰੀਕੇ ਦੇ ਨਾਲ ਜਦੋਂ ਦੁੱਧ ਨੂੰ ਜਾਗ ਲੱਗੀ, ਉਹਦਾ ਦਹੀਂ ਬਣ ਗਿਆ। ਥੋੜ੍ਹੀ ਜਿੰਨੀ ਜਾਗ ਨਹੀਂ ਦਹੀਂ ਬਣਾ ਦਿੱਤਾ, ਤੇ ਥੋੜ੍ਹੀ ਜਿੰਨੀ ਕਾਂਜੀ ਨੇ ਦੁੱਧ ਨੂੰ ਬਰਬਾਦ ਕਰ ਦਿੱਤਾ, ਦੁੱਧ ਫੁੱਟ ਗਿਆ। ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਤਨਕ ਹੀ ਬੀਜ ਪਰੈ ਬਿਰਖ ਬਿਥਾਰ ਹੋਏ, ਤਨਕ ਹੀ ਚਨਗ ਪਰੈ ਭਸਮ ਹੋਏ ਜਾਤ ਹੈ। ਛੋਟਾ ਜਿਹਾ ਬੀਜ ਹੁੰਦਾ ਹੈ, ਜ਼ਮੀਨ 'ਚ ਬੀਜਿਆ ਗਿਆ, ਬਿਲਕੁਲ ਕਿੱਕਰ ਦਾ ਬੀਜ ਬਿਲਕੁਲ ਛੋਟਾ ਜਿਹਾ, ਮਸਰ ਦੇ ਦਾਲ ਦੇ ਦਾਣੇ ਜਿੱਡਾ ਬਿਲਕੁਲ ਛੋਟਾ ਜਿਹਾ ਹੁੰਦਾ ਹੈ। ਜ਼ਮੀਨ 'ਚ ਉਹਨੂੰ ਬੀਜ ਦਿੱਤਾ ਗਿਆ, ਸਮਾਂ ਪਾ ਕੇ ਉਹ ਛੋਟੇ ਜਿਹੇ ਬੀਜ 'ਚੋਂ ਕਿੱਡਾ ਵੱਡਾ ਦਰਖਤ ਬਣਦਾ ਹੈ, ਕਿੱਡਾ ਵਿਸ਼ਾਲ ਦਰਖਤ। ਬੋੜ ਦਾ ਦਰਖਤ ਕਿੰਨਾ ਵੱਡਾ ਦਰਖਤ ਹੁੰਦਾ ਹੈ, ਉਹਦਾ ਬੀਜ ਕਿੰਨਾ ਕੁ ਹੁੰਦਾ ਹੈ? ਬਿਲਕੁਲ ਇੱਕ ਸਰੋਂ ਦੇ ਦਾਣੇ ਜਿੰਨਾ ਬਿਲਕੁਲ ਛੋਟਾ ਜਿਹਾ ਬੀਜ। ਉਹ ਛੋਟੇ ਜਿਹੇ ਬੀਜ ਦਾ ਵਿਸਥਾਰ ਹੋਇਆ, ਕਿੰਨਾ ਵਿਸ਼ਾਲ ਕਿੰਨਾ ਵੱਡਾ ਦਰਖਤ ਬਣ ਗਿਆ। ਦੂਜੇ ਪਾਸੇ ਭਾਈ ਗੁਰਦਾਸ ਸਾਹਿਬ ਕਹਿੰਦੇ ਥੋੜ੍ਹੀ ਜਿੰਨੀ ਅੱਗ ਦੀ ਚੰਗਿਆੜੀ ਲੱਗ ਜਾਵੇ ਤੇ ਉਹ ਜੰਗਲਾਂ ਦੇ ਜੰਗਲ ਸਾੜ ਕੇ ਸੁਆਹ ਕਰ ਦਿੰਦੀ ਹੈ। ਥੋੜ੍ਹੀ ਜਿੰਨੀ ਅੱਗ ਦੀ ਚੰਗਿਆੜੀ, ਜੰਗਲਾਂ ਦੇ ਜੰਗਲ ਉਹਨੇ ਸਾੜ ਕੇ ਸਵਾਹ ਕਰ ਦਿੱਤੇ। ਹੈ ਬਿਲਕੁਲ ਛੋਟਾ ਜਿਹਾ ਬੀਜ ਸੀ, ਉਹਦੇ ਤੋਂ ਐਡਾ ਵੱਡਾ ਦਰਖਤ ਬਣ ਗਿਆ। ਥੋੜ੍ਹੀ ਜਿੰਨੀ ਅੱਗ ਦੀ ਚੰਗਿਆੜੀ ਸੀ, ਉਹਨੇ ਦਰਖਤਾਂ ਦੇ ਦਰਖਤ ਸਾੜ ਕੇ ਸਵਾਹ ਕਰ ਦਿੱਤੇ। ਛੋਟੇ ਛੋਟੇ ਸਨ ਦੋਵੇਂ ਚੀਜ਼ਾਂ। ਅੱਗੇ ਭਾਈ ਸਾਹਿਬ ਕਹਿੰਦੇ ਤਨਕ ਹੀ ਖਾਏ ਬਿਖ ਹੋਤ ਹੈ ਵਿਨਾਸ਼, ਜੈਸੇ ਤਨਕ ਹੀ ਅੰਮ੍ਰਿਤ ਕੋ ਅਮਰ ਹੋਏ ਜਾਤ ਹੈ। ਥੋੜ੍ਹਾ ਜਿੰਨਾ ਜ਼ਹਿਰ ਕਿਸੇ ਦੀ ਜ਼ੁਬਾਨ 'ਤੇ ਟੱਚ ਕਰ ਗਿਆ ਤੇ ਬੰਦੇ ਦਾ ਉੱਥੇ ਹੀ ਅੰਤ ਹੋ ਗਿਆ। ਬਿਲਕੁਲ ਥੋੜ੍ਹਾ ਜਿਹਾ, ਜਿਵੇਂ ਹੁਣ ਬਿਮਾਰੀ ਫੈਲੀ ਹੈ, ਕੀ ਹੈ, ਇੱਕ ਬਸ ਬੰਦਾ ਛਿੱਕਦਾ ਹੈ, ਕਿੰਨਾ ਕੁ ਉਹਦੇ 'ਚੋਂ ਬਾਹਰ ਪਾਣੀ ਆਦਿਕ ਨਿਕਲਦਾ ਹੈ। ਬਿਲਕੁਲ ਮਾਮੂਲੀ ਜੀਆਂ ਬੂੰਦਾਂ ਹੁੰਦੀਆਂ ਨੇ। ਜੇ ਇੱਕ ਦੇ ਅੰਦਰ ਵਾਇਰਸ ਹੈ, ਦੂਜੇ 'ਤੇ ਪਿਆ ਤੇ ਸਮਝੋ ਉਹ ਜ਼ਹਿਰ ਹੀ ਆ, ਉਹਨੇ ਓਨੇ 'ਚ ਹੀ ਅਸਰ ਕਰ ਦਿੱਤਾ। ਮਹਾਰਾਜ ਕਹਿੰਦੇ ਜਿਵੇਂ ਥੋੜ੍ਹਾ ਜਿੰਨਾ ਬਿਲਕੁਲ ਮਾਮੂਲੀ ਜਿਹਾ ਜ਼ਹਿਰ ਕਿਸੇ 'ਤੇ ਪੈ ਗਿਆ, ਕਿਸੇ ਦੀ ਜ਼ੁਬਾਨ 'ਤੇ ਟੱਚ ਕਰ ਗਿਆ ਤੇ ਉਹਦਾ ਤੇ ਹੋ ਗਿਆ ਅੰਤ। ਤੇ ਥੋੜ੍ਹਾ ਜਿਹਾ ਮਾਮੂਲੀ ਕਿਸੇ ਨੂੰ ਅੰਮ੍ਰਿਤ ਪ੍ਰਾਪਤ ਹੋ ਗਿਆ ਤੇ ਉਹਨੇ ਸਮਝੋ ਅਮਰ ਪਦਵੀ ਪ੍ਰਾਪਤ ਕਰ ਲਈ। ਭਾਈ ਗੁਰਦਾਸ ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਸੰਗਤ ਅਸਾਧ ਸਾਧ ਗਨ ਕਾ ਵਿਵਾਹਤਾ, ਜਿਉ ਤਨਕ ਮੈਂ ਉਪਕਾਰ ਤਨਕ ਮੈਂ ਬੇਕਾਰ ਹੈ। ਭਾਈ ਗੁਰਦਾਸ ਸਾਹਿਬ ਨੇ ਪਹਿਲੀਆਂ ਉਦਾਹਰਨਾਂ ਦਾ ਅਖੀਰ ਤੇ ਤੱਤ ਕੱਢ ਕੇ ਦੱਸਿਆ ਕਿ ਜਿਵੇਂ ਇੱਕ ਬੀਜ ਛੋਟਾ ਜਿਹਾ ਵੱਡੇ ਦਰਖਤ ਦੇ ਵਿਸਥਾਰ ਦਾ ਕਾਰਨ ਬਣਦਾ ਹੈ, ਉਤਪਤੀ ਦਾ ਕਾਰਨ ਬਣਦਾ ਹੈ, ਜਿਵੇਂ ਥੋੜ੍ਹੀ ਜਿੰਨੀ ਲੱਗੀ ਹੋਈ ਜਾਗ ਕਰਕੇ ਦਹੀਂ ਪ੍ਰਾਪਤ ਹੁੰਦਾ ਹੈ, ਜਿਵੇਂ ਥੋੜ੍ਹੇ ਜਿੰਨੇ ਅੰਮ੍ਰਿਤ ਦੇ ਨਾਲ ਅਮਰ ਪਦਵੀ ਪ੍ਰਾਪਤ ਹੁੰਦੀ ਹੈ, ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਥੋੜ੍ਹੀ ਜਿੰਨੀ ਕੀਤੀ ਹੋਈ ਸੰਗਤ ਸਦਕਾ ਜ਼ਿੰਦਗੀ ਪਰਉਪਕਾਰੀ ਬਣਦੀ ਹੈ, ਗੁਣਵਾਨ ਬਣਦੀ ਹੈ। ਥੋੜ੍ਹੀ ਜਿੰਨੀ ਕੀਤੀ ਹੋਈ ਸੰਗਤ ਦੀ ਬਰਕਤ ਸਦਕਾ ਹੀ ਕਈ ਵਾਰ ਬੰਦਾ ਵੱਡੇ ਤੋਂ ਵੱਡੇ ਜੰਜਾਲ 'ਚੋਂ ਬਚ ਜਾਂਦਾ ਹੈ, ਤੇ ਕੀਤੀ ਹੋਈ ਮਾੜੀ ਸੰਗਤ ਜ਼ਿੰਦਗੀ ਬਰਬਾਦ ਵੀ ਕਰ ਦਿੰਦੀ ਹੈ ਥੋੜ੍ਹੀ ਜਿਹੀ। ਉਹ ਕਹਿੰਦੇ ਇੱਕ ਨਗਰ ਦੇ ਵਿੱਚ ਚੋਰ ਸੀ, ਬੜੀਆਂ ਚੋਰੀਆਂ ਕਰਦਾ ਸੀ ਚਲਾਕੀਆਂ ਦੇ ਨਾਲ, ਤੇ ਉਸੇ ਤਰ੍ਹਾਂ ਉਹਦਾ ਪੁੱਤਰ ਵੀ ਪਿਤਾ ਨੂੰ ਵੇਖ ਵੇਖ ਕੇ ਸਿੱਖ ਗਿਆ ਜਿੱਦਾਂ ਉਹ ਕੰਮ ਕਰਦਾ ਸੀ। ਕਿਉਂਕਿ ਔਲਾਦ ਬੱਚੇ ਸਾਨੂੰ ਵੇਂਦੇ ਨੇ, ਜੋ ਅਸੀਂ ਕਰਦੇ ਹਾਂ ਉਹ ਕੁਝ ਉਹ ਸਿੱਖਦੇ ਨੇ ਤੇ ਉੱਦਾਂ ਦੇ ਉਹ
ਆਪਣੇ ਆਪ ਹੀ ਬਣਦੇ ਜਾਂਦੇ ਹਨ। ਜਿੱਦਾਂ ਅਸੀਂ ਬੋਲਦੇ ਹਾਂ, ਬੱਚੇ ਆਪਣੇ ਆਪ ਬੋਲਣਾ ਸਾਨੂੰ ਵੇਖ ਕੇ ਸਿੱਖ ਲੈਂਦੇ, ਵਿਹਾਰ ਹਰ ਚੀਜ਼ ਬੱਚੇ ਕੈਚ ਕਰਦੇ, ਸਿੱਖੀ ਜਾਂਦੇ ਹਨ। ਉਹ ਪਿਤਾ ਸੀ, ਚੋਰੀ ਕਰਦਾ ਸੀ, ਬੱਚੇ ਨੇ ਵੀ ਸਹਿਜੇ ਸਹਿਜੇ ਵਹਿੰਦਿਆਂ ਵਹਿੰਦਿਆਂ ਸਿੱਖ ਲਿਆ। ਹੁਣ ਦੋਵੇਂ ਪਿਓ ਪੁੱਤਰ ਚੋਰੀ 'ਚ ਲੱਗ ਗਏ। ਤੇ ਪਿੰਡ ਦੇ ਵਿੱਚ ਹੀ ਕੋਈ ਸਾਧੂ ਮਹਾਤਮਾ ਵੀ ਰਹਿੰਦਾ ਸੀ, ਭਲਾ ਪੁਰਖ, ਗੁਣੀ ਪੁਰਖ। ਤੇ ਪਿਤਾ ਨੇ ਪੁੱਤਰ ਨੂੰ ਕਿਹਾ ਕਿ ਤੂੰ ਹੋਰ ਤੇ ਭਾਵੇਂ ਜਿੱਥੇ ਮਰਜ਼ੀ ਜਾਵੀਂ, ਪਰ ਉਸ ਮਹਾਤਮਾ ਦੇ ਕੋਲ ਨਹੀਂ ਜਾਣਾ ਹੈ। ਜੇ ਉਹ ਗਲੀ 'ਚ ਵੀ ਕਿਸੇ ਪਾਸਿਓਂ ਆਉਂਦਾ ਦਿਸੇ ਤੇ ਤੂੰ ਰਸਤਾ ਹੀ ਬਦਲ ਲੈਣਾ ਹੈ, ਪਰ ਉਹਦੇ ਕੋਲ ਕੋਈ ਨਹੀਂ ਜਾਣਾ, ਉਹਦੇ ਮੱਥੇ ਨਹੀਂ ਲੱਗਣਾ, ਤੇ ਉਹਦਾ ਇੱਕ ਵੀ ਬੋਲ ਤੇਰੇ ਕੰਨਾਂ 'ਚ ਨਹੀਂ ਪੈਣਾ ਚਾਹੀਦਾ। ਫਿਰ ਸਾਡਾ ਕਾਰੋਬਾਰ ਚੱਲਦਾ ਰਹੇਗਾ। ਤੇ ਜੇ ਕਿਧਰੇ ਤੂੰ ਉਹਨੂੰ ਮਿਲ ਪਿਆ, ਉਹਦੀ ਸੰਗਤ ਕਰ ਲਈ, ਤੇ ਫਿਰ ਸਮਝੀ ਸਾਡਾ ਕਾਰੋਬਾਰ ਠੱਪ ਹੋ ਜਾਏਗਾ। ਕਿਉਂਕਿ ਸਾਧੂਆਂ ਮਹੰਤਾਂ ਭਲੇ ਪੁਰਖਾਂ ਨੇ ਤੇ ਇਹੀ ਉਪਦੇਸ਼ ਦੇਣਾ ਹੁੰਦਾ ਹੈ, ਭਾਈ ਚੋਰੀਆਂ ਛੱਡੋ, ਬੁਰਾਈਆਂ ਛੱਡੋ, ਹੇਰਾ ਫੇਰੀਆਂ ਛੱਡੋ, ਠੱਗੀਆਂ ਛੱਡੋ। ਤੇ ਪਿਤਾ ਨੂੰ ਪਤਾ ਸੀ ਕਿ ਜੇ ਬੱਚੇ ਨੇ ਮਹਾਤਮਾ ਦੀ ਸੰਗਤ ਕਰ ਲਈ, ਕੋਮਲ ਮਨ ਹੈ, ਉਹ ਗੱਲਾਂ ਦਾ ਪ੍ਰਭਾਵ ਪਵੇਗਾ। ਜੇ ਇਹਨੇ ਚੋਰੀਆਂ ਛੱਡ ਦਿੱਤੀਆਂ, ਸਾਡਾ ਤੇ ਕੰਮ ਹੀ ਬੰਦ ਹੋ ਜਾਣਾ। ਬੱਚੇ ਨੇ ਵੀ ਪਿਤਾ ਦੀ ਗੱਲ ਨੂੰ ਬੜਾ ਧਿਆਨ ਦੇ ਨਾਲ ਸੁਣਿਆ ਤੇ ਮੰਨਿਆ ਕਿ ਉਹ ਸਾਧੂ ਦੀ ਸੰਗਤ ਨਹੀਂ ਕਰਨੀ। ਇੱਕ ਦਿਨ ਕੀ ਹੋਇਆ, ਬੱਚਾ ਗਲੀ 'ਚੋਂ ਜਾਂਦਾ ਪਿਆ ਸੀ, ਉਹ ਚੋਰ ਦਾ ਪੁੱਤ ਚੋਰ। ਤੇ ਜਾਂਦਿਆਂ ਜਾਂਦਿਆਂ ਕੀ ਮਹਾਤਮਾ ਗਲੀ ਦੇ ਦੂਜੇ ਪਾਸੇ ਸੀ, ਇਹਨੇ ਮਹਾਤਮਾ ਨੂੰ ਵੇਖਿਆ ਨਾ ਤੇ ਉਹਦੇ ਕੋਲ ਪਹੁੰਚ ਗਿਆ। ਤੇ ਜਦੋਂ ਕੋਲ ਪਹੁੰਚਿਆ, ਕੇਵਲ ਮਹਾਤਮਾ ਦੇ 2 ਬੋਲ ਇਸ ਬੱਚੇ ਦੇ ਕੰਨੀ ਪਏ ਕਿ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ ਹੈ। ਬੱਚੇ ਨੇ ਵੇਖਿਆ ਉਹ ਮਹਾਤਮਾ ਇਹਦੇ ਕੋਲ, ਤੇ ਪਿਤਾ ਨੇ ਕਿਹਾ ਸੀ ਜਾਣਾ ਨਹੀਂ। ਬੱਚੇ ਨੇ ਉਸੇ ਵਕਤ ਰਾਹ ਬਦਲ ਲਿਆ, ਪਰ ਆਹ 2 ਬੋਲ ਉਹਦੇ ਕੰਨਾਂ 'ਚ ਪੈ ਗਏ ਕਿ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਕੀ ਹੋਇਆ, ਸਮਾਂ ਪਾ ਕੇ ਉਹ ਬੱਚਾ ਪਕੜਿਆ ਗਿਆ। ਜਦੋਂ ਉਹਨੂੰ ਪਕੜ ਲਿਆ ਗਿਆ, ਕੋਤਵਾਲ ਨੇ ਪਕੜਿਆ ਤੇ ਲੱਗੇ ਨੇ ਜਿੰਨੇ ਉਹਦੇ ਨਾਲ ਦੇ ਪੁਲਿਸ ਵਾਲੇ ਹਨ ਉਹਨੂੰ ਬਕਾਉਣ ਦੇ ਲਈ ਕਿ ਤੂੰ ਦੱਸ ਕਿੱਥੇ ਕਿੱਥੇ ਕਦੋਂ ਕਦੋਂ ਚੋਰੀਆਂ ਕੀਤੀਆਂ ਨੇ। ਪਰ ਉਹ ਵੀ ਬੜਾ ਢੀਠ ਸੀ, ਮੰਨੇ ਹੀ ਕੋਈ ਨਾ। ਬੜਾ ਮਾਰਿਆ ਕੁੱਟਿਆ ਗਿਆ, ਟੌਰਚਰ ਕੀਤਾ ਗਿਆ, ਪਰ ਨਾ ਮੰਨੇ। ਉਹ ਕਹਿਣ ਲੱਗੇ ਚੋਰੀਆਂ ਤੇ ਇਹੀ ਕਰਦਾ, ਪਰ ਬਕਦਾ ਨਹੀਂ ਪਿਆ ਹੈ। ਇਹਨੂੰ ਬਕਾਉਣ ਦੇ ਲਈ ਕੋਈ ਨਾ ਕੋਈ ਤਰੀਕਾ ਤੇ ਵਰਤਣਾ ਪਏਗਾ, ਇਹ ਬੋਲ ਪਵੇ, ਸੱਚ ਬੋਲੇ। ਉਹਨਾਂ ਨੇ ਕੀ ਕੀਤਾ, ਇੱਕ ਇਸਤਰੀ ਨੂੰ ਦੇਵੀ ਵਾਲਾ ਭੇਸ ਬਣਾ ਕੇ ਤੇ ਰਾਤ ਬੱਚੇ ਦੇ ਕੋਲ ਭੇਜ ਦਿੱਤਾ, ਉਹ ਚੋਰ ਬੱਚੇ ਦੇ ਕੋਲ। ਤੇ ਉਹ ਜਾ ਕੇ ਬੱਚੇ ਨੂੰ ਜਗਾਉਂਦੀ ਹੈ, ਕਹਿਣ ਲੱਗੀ ਵੇਖ ਮੈਂ ਤੈਨੂੰ ਬਚਾਉਣ ਦੇ ਲਈ ਆਈ ਹਾਂ, ਤੂੰ ਜੋ ਵੀ ਗੱਲ ਹੈ ਸੱਚ ਸੱਚ ਮੈਨੂੰ ਦੱਸ ਦੇ, ਮੈਂ ਤੈਨੂੰ ਇਹਨਾਂ ਤੋਂ ਛਡਾ ਦੇਵਾਂਗੀ। ਹੁਣ ਹੈ ਸੀ ਉਹਨਾਂ ਦੀ ਚਾਲ ਕੇ ਅੱਗੇ ਇਹ ਆਪੇ ਦੇਵੀ ਨੂੰ ਦੱਸੇਗਾ, ਪਿੱਛੋਂ ਅਸੀਂ ਸੁਣ ਲਵਾਂਗੇ ਤੇ ਪਕੜ ਲਵਾਂਗੇ। ਪਹਿਲਾਂ ਤੇ ਬੱਚੇ ਨੂੰ ਉਹਨੂੰ ਵੀ ਭੁਲੇਖਾ ਲੱਗ ਗਿਆ ਕਿ ਲੱਗਦਾ ਕੋਈ ਸਾਖਸ਼ਾਤ ਹੀ ਭਗਵਾਨ, ਕੋਈ ਦੇਵੀ ਪ੍ਰਗਟ ਹੋ ਗਈ ਹੈ। ਉਹਨੇ ਵੀ ਹੱਥ ਜੋੜ ਲਏ, ਪਰ ਵਹਿੰਦਿਆਂ ਵਹਿੰਦਿਆਂ ਉਹਦਾ ਧਿਆਨ ਜਦੋਂ ਥੱਲੇ ਗਿਆ ਪੈਰਾਂ ਵਾਲੇ ਪਾਸੇ, ਉਹਨੇ ਵੇਖਿਆ ਪਰਛਾਵਾਂ। ਉਹ ਮਹਾਤਮਾ ਦੇ ਇੱਕ ਵਾਰ ਮੈਂ 2 ਬੋਲ ਸੁਣੇ ਸਨ ਕਿ ਦੇਵਤਿਆਂ ਦਾ ਤੇ ਪਰਛਾਵਾਂ ਕੋਈ ਨਹੀਂ ਹੁੰਦਾ, ਇਹਦਾ ਤੇ ਪਰਛਾਵਾਂ ਹੈ। ਇਹਦਾ ਮਤਲਬ ਜ਼ਰੂਰ ਕੋਈ ਨਾ ਕੋਈ ਮੇਰੇ ਨਾਲ ਚਾਲ ਚੱਲੀ ਗਈ ਹੈ ਮੇਰੇ ਕੋਲ ਸੱਚ ਬਕਾਉਣ ਦੇ ਲਈ। ਉਹ ਬੱਚੇ ਨੇ ਹੋਰ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਕਿ ਵੇਖ ਮਾਂ, ਇਹਨਾਂ ਲੋਕਾਂ ਨੇ ਮੈਨੂੰ ਬੇਕਸੂਰ ਨੂੰ ਪਕੜਿਆ, ਕਿੰਨਾ ਮਾਰਿਆ, ਕਿੰਨਾ ਕੁੱਟਿਆ, ਮੈਂ ਤੇ ਕਦੇ ਗੁਨਾਹ ਹੀ ਕੋਈ ਨਹੀਂ ਕੀਤਾ, ਪਾਪ ਹੀ ਕੋਈ ਨਹੀਂ ਕੀਤਾ, ਫਿਰ ਵੀ ਮੇਰੇ ਤੇ ਤੇਰੇ ਭਗਤ ਤੇ ਕਿੰਨਾ ਤਸ਼ੱਦਦ ਢਹਿੰਦਾ ਪਿਆ ਹੈ। ਉਹਨੇ ਰੋਂਦਿਆਂ ਕਰਲਾਂਦਿਆਂ ਬੜੇ ਤਰਲੇ ਕੀਤੇ, ਤਰਲਿਆਂ ਦਾ ਨਾਟਕ ਹੀ ਕੀਤਾ। ਤੇ ਪਿੱਛੇ ਵਾਲੇ ਜਿਹੜੇ ਕੋਤਵਾਲ ਸਨ ਉਹਨਾਂ ਵੀ ਸੁਣਿਆ, ਉਹ ਵੀ ਸੋਚਦੇ ਨੇ ਕਿ ਲੱਗਦਾ ਇਹ ਸੱਚਾ ਹੀ, ਅਸੀਂ ਐਵੇਂ ਹੀ ਇਹਨੂੰ ਪਕੜ ਕੇ ਲੈ ਆਏ ਹਾਂ, ਹੋ ਸਕਦਾ ਇਹਨੇ ਕਦੇ ਚੋਰੀ ਨਾ ਕੀਤੀ ਹੋਵੇ, ਚੋਰ ਕੋਈ ਹੋਰ ਹੋਵੇ। ਉਹਨਾਂ ਨੂੰ ਤਰਸ ਆ ਗਿਆ, ਸਵੇਰੇ ਉਹਨਾਂ ਨੇ ਛੱਡ ਦਿੱਤਾ। ਇਹ ਫਿਰ ਸਿੱਧਾ ਘਰ ਨਹੀਂ ਗਿਆ, ਮਹਾਤਮਾ ਦੇ ਕੋਲ ਗਿਆ ਕਿ ਜਿਹੜੇ ਮਹਾਤਮਾ ਦੇ ਇੱਕ ਬੋਲ ਨੇ ਮੇਰੀ ਜ਼ਿੰਦਗੀ ਬਚਾ ਦਿੱਤੀ, ਹੁਣ ਤੇ ਮੈਂ ਉਹਦੀ ਸੰਗਤ ਦੇ ਵਿੱਚ ਜਾਵਾਂਗਾ। ਪਿਤਾ ਦੇ ਕਹਿਣ ਤੇ ਮੈਂ ਫਾਹੇ ਲੱਗ ਜਾਣਾ ਸੀ। ਹੁਣ ਵੇਖੋ, ਉਹ ਕੇਵਲ ਇੱਕ ਬੋਲ ਸੁਣਿਆ ਤੇ ਇੱਕ ਬੋਲ ਨੇ ਉਹਨੂੰ ਫਾਹੇ ਲੱਗਣ ਤੋਂ ਬਚਾ ਦਿੱਤਾ।
ਤੇ ਜਿਹੜਾ ਲਗਾਤਾਰ ਚੰਗੇ ਭਲੇ ਪੁਰਖਾਂ ਦੀ ਸੰਗਤ ਕਰਦਾ ਹੈ ਉਹਨੂੰ ਕਦੇ ਕਿਸੇ ਤਰ੍ਹਾਂ ਦੇ ਗੁਨਾਹਾਂ ਦੇ ਵਿੱਚ ਫਸਣਾ ਅਟਕਣਾ ਹੀ ਨਹੀਂ ਪੈਂਦਾ। ਇਹੀ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾ ਰਹੇ ਨੇ ਕਿ ਚੰਗੀ ਕੀਤੀ ਹੋਈ ਥੋੜੀ ਤੋਂ ਥੋੜੀ ਸੰਗਤ ਦਾ ਵੀ ਲਾਭ ਜੇ, ਤੇ ਮਾੜੀ ਕੀਤੀ ਹੋਈ ਥੋੜੀ ਤੋਂ ਥੋੜੀ ਕੁਸੰਗਤ ਦਾ ਵੀ ਨੁਕਸਾਨ ਹੀ ਨੁਕਸਾਨ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਇੱਕ ਜਗ੍ਹਾ ਤੇ ਇਹ ਵੀ ਸਾਨੂੰ ਸਮਝਾਇਆ, ਕਹਿੰਦੇ ਵੇਖੋ ਬੇੜਾ ਹੈ, ਕਿੰਨੇ ਲੋਕ ਬੇੜੇ 'ਚ ਅਸਵਾਰ ਹੁੰਦੇ ਹਨ, ਕਿੰਨਾ ਸਮਾਨ ਬੇੜੇ 'ਚ ਲੱਦਿਆ ਜਾਂਦਾ ਹੈ। ਉਹ ਪਾਣੀ ਦੇ ਇੱਕ ਕਿਨਾਰੇ ਤੋਂ ਚੱਲਦਾ ਹੈ, ਦੂਜੇ ਕਿਨਾਰੇ ਤੇ ਯਾਤਰੀਆਂ ਨੂੰ ਵੀ ਪਹੁੰਚਾ ਦਿੰਦਾ ਹੈ, ਵਸਤੂਆਂ ਨੂੰ ਵੀ ਪਹੁੰਚਾ ਦਿੰਦਾ ਹੈ। ਇੱਥੋਂ ਤੱਕ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਪੱਥਰ ਨੂੰ ਪਾਣੀ ਦੇ ਵਿੱਚ ਆਪਾਂ ਸੁੱਟਦੇ ਹਾਂ, ਪੱਥਰ ਡੁੱਬ ਜਾਂਦਾ ਹੈ। ਉਸੇ ਪੱਥਰ ਨੂੰ ਬੇੜੇ ਦਾ ਸਹਾਰਾ ਮਿਲਦਾ ਹੈ ਤੇ ਬੇੜੇ ਦੇ ਰਾਹੀਂ ਪੱਥਰ ਵੀ ਪਾਰਲੇ ਕਿਨਾਰੇ ਤੇ ਪਹੁੰਚ ਗਿਆ। ਜਿਉਂ ਪਾਖਾਨ ਨਾਵ ਚੜ੍ਹ ਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ। ਜਿਵੇਂ ਪੱਥਰ ਬੇੜੇ ਦਾ ਸਹਾਰਾ ਮਿਲਿਆ, ਪਾਰ ਲੰਘ ਗਿਆ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਕਦੇ ਉਹ ਪਾਣੀ 'ਚ ਚੱਲਦੇ ਹੋਏ ਬੇੜੇ ਨੂੰ ਵੇਖੋ, ਉਹਦਾ ਬਹੁਤਾ ਹਿੱਸਾ ਪਾਣੀ ਦੇ ਵਿੱਚ ਹੁੰਦਾ ਹੈ, ਕੇਵਲ ਥੋੜਾ ਥੋੜਾ ਜਿਹਾ ਚਾਰੇ ਪਾਸਿਆਂ ਤੋਂ ਪਾਣੀ ਬਾਹਰ ਹੁੰਦਾ, 2-4 ਉਂਗਲਾਂ ਬੇੜਾ ਬਾਹਰ, ਬਾਕੀ ਪਾਣੀ ਦੇ ਵਿੱਚ। ਪਰ ਉਹ ਜਿਹੜਾ 2-4 ਉਂਗਲਾਂ ਬੇੜੇ ਦਾ ਚਾਰੇ ਪਾਸਿਆਂ ਦਾ ਕਿਨਾਰਾ ਪਾਣੀ ਤੋਂ ਬਾਹਰ ਹੈ, ਉਸੇ ਬਾਹਰ ਕਿਨਾਰੇ ਦੀ ਬਰਕਤ ਸਦਕਾ ਬੇੜਾ ਪਾਰਲੇ ਪਾਸੇ ਪਹੁੰਚ ਜਾਂਦਾ। ਜੇ ਉਹਨਾਂ ਬੇੜਾ ਵੀ ਪਾਣੀ ਦੇ ਥੱਲੇ ਚਲਿਆ ਜਾਵੇ ਤੇ ਫਿਰ ਤੇ ਬੇੜਾ ਡੁੱਬ ਗਿਆ, ਫਿਰ ਕਿੰਨੇ ਪਾਰ ਲੰਘਣਾ। ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਠੀਕ ਹੈ, ਸਾਡੇ ਜੀਵਨ ਦੀਆਂ, ਸਾਡੇ ਦਿਨ ਦੀਆਂ 24 ਘੜੀਆਂ 'ਚੋਂ ਬਹੁਤੀਆਂ ਘੜੀਆਂ ਮਾਇਆ ਦੇ ਕਾਰਾਂ ਵਿਹਾਰਾਂ ਪਰਿਵਾਰ ਦੇ ਧੰਦਿਆਂ 'ਚ ਲੱਗੀਆਂ ਰਹਿੰਦੀਆਂ ਨੇ। ਪਰ ਜੇ ਕੁਝ ਘੜੀਆਂ ਵੀ ਆਪਾਂ ਬੇੜੇ ਦੀ ਤਰ੍ਹਾਂ ਇਹ ਮਾਇਆਵੀ ਧੰਦਿਆਂ 'ਚੋਂ ਬਾਹਰ ਕਰਕੇ ਗੁਰੂ ਕੀ ਸੰਗਤ ਦੇ ਵਿੱਚ ਰੱਖ ਲਈਏ, ਭਲਿਆਂ ਪੁਰਖਾਂ ਦੀ ਸੰਗਤ 'ਚ ਰੱਖ ਲਈਏ, ਤੇ ਉਹਦਾ ਲਾਭ ਹੀ ਲਾਭ ਜੀਵਨ 'ਚ ਹੋਏਗਾ। ਇਹਨੂੰ ਕਬੀਰ ਸਾਹਿਬ ਨੇ ਆਪਣੇ ਇੱਕ ਹੋਰ ਸ਼ਲੋਕ ਰਾਹੀਂ ਵੀ ਸਾਨੂੰ ਸਮਝਾਇਆ। ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸੋ ਇੱਥੇ ਭਾਈ ਭਗਤ ਕਬੀਰ ਸਾਹਿਬ ਜੀ ਸਮਝਾ ਰਹੇ, ਕਹਿੰਦੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ। ਭਲੇ ਪੁਰਖਾਂ ਦੀ ਸੰਗਤ ਕਰੋ, ਅਖੀਰ ਲਾਭ ਮਿਲੇਗਾ। ਸਾਡੀ ਬਿਰਤੀ ਵੈਸੇ ਇੱਕ ਕੀ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਿਰੰਤਰਤਾ ਦੀ ਘਾਟ ਹੈ ਸਾਡੇ ਜੀਵਨ 'ਚ। ਵੇਖੋ ਕੋਈ ਵੀ ਮੰਜ਼ਿਲ ਜੇ ਅਸੀਂ ਪ੍ਰਾਪਤ ਕਰਨੀ ਹੈ ਤੇ ਲਗਾਤਾਰ ਮਿਹਨਤ ਦੀ ਲੋੜ ਹੁੰਦੀ ਹੈ। ਲਗਾਤਾਰ ਮਿਹਨਤ ਜੇ ਸਫਲ ਹੋਣਾ ਹੈ, ਉਹ ਭਾਵੇਂ ਬਾਹਰੀ ਤੌਰ ਤੇ ਸੰਸਾਰੀ ਜੀਵਨ ਦੀ ਖੇਡ ਹੈ, ਉਹ ਭਾਵੇਂ ਧਾਰਮਿਕ ਜਾਂ ਅਧਿਆਤਮਿਕ ਜਾਂ ਰਾਜਨੀਤਿਕ ਆਰਥਿਕ ਜੀਵਨ ਦੀ ਗੱਲ ਹੈ। ਲਗਾਤਾਰ ਬੰਦਾ ਰੋਜ਼ ਅਸੀਂ ਨੌਕਰੀ ਤੇ ਜਾਂਦੇ ਹਾਂ, ਆਪਣੀ ਡਿਊਟੀ ਕਰਦੇ ਹਾਂ, ਫਿਰ ਹੀ 4 ਪੈਸੇ ਸਾਡੀ ਜੇਬ ਵਿੱਚ ਆਉਂਦੇ, ਸਾਡੇ ਘਰ ਦੇ ਕੰਮਕਾਰ ਖਰਚੇ ਵਰਚੇ ਚੱਲਦੇ। ਜੇ ਬੰਦਾ ਕਵੇ ਇੱਕ ਦਿਨ ਜਾਵਾਂ 15 ਦਿਨ ਜਾਵਾਂ ਹੀ ਕੋਈ ਨਾ, ਤੇ ਫਿਰ ਕੰਮ ਕਿੱਦਾਂ ਚੱਲੇ। ਇੱਕ ਦਿਨ ਦੁਕਾਨ ਖੋਲਾਂ ਤੇ ਫਿਰ 15 ਦਿਨ ਮਹੀਨਾ ਦੁਕਾਨ ਹੀ ਕੋਈ ਨਾ ਖੋਲਾਂ। ਉਸ ਦੁਕਾਨਦਾਰ ਦੀ ਦੁਕਾਨ ਤੇ ਕੀ ਸੇਲ ਹੋਣੀ ਜਿਹੜਾ ਮਹੀਨੇ 'ਚ ਇੱਕ ਦਿਨ ਜਾਵੇ ਤੇ ਫਿਰ ਮਹੀਨਾ ਜਾਵੇ ਹੀ ਕੋਈ ਨਾ। ਉਸ ਵਿਦਿਆਰਥੀ ਨੇ ਕੀ ਅਵਲ ਆਉਣਾ ਜਿਹੜਾ ਇੱਕ ਦਿਨ ਮਹੀਨੇ 'ਚ ਕਿਤਾਬ ਖੋਲੇ ਤੇ 30 ਦਿਨ ਕਿਤਾਬ ਵੀ ਕੋਈ ਨਾ ਖੋਲੇ, ਫਿਰ ਉਹਨੂੰ ਕੀ ਉਹਦੇ ਪੱਲੇ ਪੈਣਾ ਹੈ। ਇਸੇ ਤਰ੍ਹਾਂ ਸੰਗਤ ਦੇ ਵਿੱਚ ਵੀ ਰੋਜ਼ ਜੁੜਨਾ ਜ਼ਰੂਰੀ। ਜੇ ਆਪਾਂ ਕਹੀਏ ਮਹੀਨੇ ਬਾਅਦ ਬਸ ਜੀ ਸੰਗਰਾਂਦ ਦੀ ਸੰਗਰਾਂਦ ਗਏ ਤੇ ਮੱਥਾ ਟੇਕ ਆਏ, ਤੇ ਫਿਰ ਪੱਲੇ ਕੁਝ ਨਹੀਂ ਪੈਂਦਾ। ਬਸ ਇੰਨਾ ਹੈ ਜਿਹੜਾ ਉਹ ਕੜਾਹ ਪ੍ਰਸ਼ਾਦ ਮਿਲ ਗਿਆ, ਗੁਰੂ ਦੀ ਕਿਰਪਾ ਵਾਲਾ ਪ੍ਰਸ਼ਾਦ ਨਹੀਂ ਮਿਲਦਾ ਹੈ। ਇਹਨੂੰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਬਿਰਤੀ ਕੀ ਹੈ, ਸਾਡੀ ਕਬਹੂ ਸਾਧ ਸੰਗਤ ਤੇ ਪਾਵੈ, ਉਸ ਅਸਥਾਨ ਤੇ ਬੋਰ ਨਾ ਆਵੈ। ਕਦੇ ਆ ਗਿਆ ਫਿਰ ਪਤਾ ਨਹੀਂ ਕੀ ਹੁੰਦਾ ਹੈ, ਦੁਬਾਰਾ ਕਿੰਨੇ ਕਿੰਨੇ ਦਿਨ ਆਉਂਦਾ ਹੀ ਨਹੀਂ ਹੈ। ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ। ਜੇ ਸਮਝ ਪਵੇ ਸੰਗਤ ਦੀ ਬਰਕਤ, ਗੁਰੂ ਕੀ ਹਜ਼ੂਰੀ, ਗੁਰੂ ਕੇ ਚਰਨਾਂ ਦੀ ਬਰਕਤ ਦੀ ਸਮਝ ਪਵੇ, ਫਿਰ ਤੇ ਬੰਦਾ ਰੋਜ਼ ਰੋਜ਼ ਜੁੜੇ, ਫਿਰ ਟੁੱਟੇ ਨਾ, ਜੁੜਿਆ ਰਵੇ। ਤੇ ਜਿਹੜੇ ਜੁੜੇ ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ। ਉਹਨਾਂ ਦੇ ਲਈ ਤੇ ਵਿਛੋੜੇ ਦੀਆਂ 4 ਘੜੀਆਂ ਵੀ 4 ਯੁੱਗਾਂ ਦੀ ਤਰ੍ਹਾਂ ਹਨ, ਜਿਨ੍ਹਾਂ ਨੂੰ ਸਮਝ ਪੈ ਗਈ ਗੁਰੂ ਦੀ ਹਜ਼ੂਰੀ ਦੀ ਬਰਕਤ ਦੀ, ਗੁਰਸੰਗਤ ਦੀ ਬਰਕਤ ਦੀ। ਕਬੀਰ ਸਾਹਿਬ ਕਹਿੰਦੇ ਅੰਤ ਕਰੈ ਨਿਰਵਾਹ, ਭਲੀ ਸੰਗਤ ਅਖੀਰ ਤੇ ਲਾਭ ਦੇਂਦੀ ਜੇ।
और साकत संग न कीजिए जाते हुए बिना। सत साकत दी संगत कदे भी भुल के भी नहीं करनी। जेड़ी शोभत करके जेड़ी संगत करके संग करके अखीर च दुख झलने पैण, आत्मक जीवन बर्बाद होवे, सरीरक जीवन दे विच भी नुकसान होवे। अगले श्लोक च कबीर साहब फरमान करदे, कबीर जग में चेत्यो जान कै, जग में रहो समाए। वो परमात्मा किथे है? जगत अंदर समाया है, संसार अंदर समाया है। और उस वाहिगुरु अकाल पुरख नूं संसार दे जर्रे जर्रे अंदर समाया होया जानते होए ते इत्थे ही जगत अंदर घर परिवार समाज संसार अंदर रहिंदियां उस मालक नूं चेते करना है। गुरु साहब कहंदे, हे दाता जी, असी जिधर भी वेंदे हाँ सानू तुसी ही तुसी दिसदे हो, तुहाडे तो बिना होर कुछ नहीं है। बलिहारी कुदरत वसिया, तेरा अंत न जाई लखिया। घट घट मैं हर जू बसै, संतन कहे पुकार। हुण ये भी है, दो बिरतियां हन, एक अज्ञानता वाली बिरती, एक ज्ञान वाली बिरती। अज्ञानी मनुख नहीं वेख पाउंदा मालक नूं गुरु नूं, पर ਗਿਆਨਵਾਨ पुरख हर एक दे विच रब्बी जोत वेंदा। भाई कन्हैया जी मैदाने जंग दे विच जल वरताउण दी सेवा करते ने, वो हर एक दे विचों गुरु दे दीदार कर रहे, मालक दे दर्शन कर रहे हैं। रूह दर हर जिस्म गुरु गोबिंद सिंह, नूर दर हर चश्म गुरु गोबिंद सिंह। नज़रिया है। हजूर बाणी च कहते, नानक से अखड़ियां बयान जिनी डसंदो मां पिरी। एक तो ये साड़ियाँ अखां ने जिन्हां दे नाल असी संसार वेंदे हाँ, ये संसार नूं वेखण वालियां अखां ने। निरंकार नूं वेखण वालियां अखां नेत्र होर हन। निरंकार ते उन्हां नूं भी दिस दांदा है जिन्हां दे कोल ये बाहर दे नेत्र ना भी होण, बाहरी तौर ते जिहड़े नेत्रहीन सूरमे भी होण, निरंकार ते उन्हां नूं भी दिस जांदा। इहनूं महाराज कहंदे, नानक से अखड़ियां बयान। बयान का भाव है होर हन। जिनी डिसंदो मां पिरी, जिन्हां अखां दे नाल ओ पिता परमात्मा विखाई देंदा है। सो महाराज कहंदे वो अखां खुलदियां ने गुरु ज्ञान सदका। जदों ज्ञान अंजन गुर दिया, अज्ञान अंधेर विनाश, फिर बंदे नूं पता लगदा है कि हर एक जगह ते हर एक हिरदे च हर एक कण अंदर वाहिगुरु वस रहा है। जिन हर का नाम ना चेत्यो बादां जन्मे आए। ते जिन्हां ने कबीर साहब कहंदे कदे परमात्मा दा नाम चेते ही नहीं कीता, अकाल पुरख नूं चेते ही नहीं कीता, वो समझो आए ते जरूर संसार अंदर, पर उन्हां दा आउणा भी व्यर्थ आउणा। उन्हां खट्टिया कुछ ना, संभालिया कमाया कुछ ना। जिद्दां खाली हथ आए उदां ही वो खाली हथ चले गए। जिवें खाली आए उवें ही खाली परत गए। कुछ खट्टिया कमाया नहीं, क्योंकि समझ ही नहीं सी असी की खट्टण कमाउण दे लई आए हाँ। गुरु सानू ये समझ बख्श दे। कहंदे, वणज करो वणजारिओ, वखर लहो संभाल, तैसी वस्त विसाही है जैसी निभ है नाल। वो वस्तु नू जीवन अंदर विसाहो, कमावो, जिहड़ी लोक परलोक अंदर साथ देण वाली है। जिह मार्ग के गने जाहे न कोसा, हर का नाम ऊहा संग तोसा। अगे 95 नंबर श्लोक अंदर कबीर साहब फरमान करदे, कबीर आसा करिए राम की, अवरै आस निराश। आस मतलब टेक, टेक रखनी है केवल एक अकाल पुरख वाहिगुरु ते। ਉਹਦੇ ਤੋਂ ਬਿਨਾਂ ਮਾਲਕ ਤੋਂ ਬਿਨਾਂ ਜਦੋਂ ਅਸੀਂ ਰੱਬ ਨੂੰ ਛੱਡ ਕੇ ਤੇ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਬੰਦਿਆਂ ਤੇ ਟੇਕ ਰੱਖਦੇ ਹਾਂ, ਤੇ ਫਿਰ ਇੱਕ ਤੇ ਸਾਡੀ ਜਿਹੜੀ ਟੇਕ ਹੁੰਦੀ ਹੈ ਉਹ ਪੂਰੀ ਕੋਈ ਨਹੀਂ ਹੁੰਦੀ ਹੈ, ਆਸ ਪੂਰੀ ਨਹੀਂ ਹੁੰਦੀ ਤੇ ਸਾਨੂੰ ਨਿਰਾਸ਼ਾ ਸਹਿਣੀ ਪੈਂਦੀ ਹੈ। ਗੁਰੂ ਅਰਜਨ ਸਾਹਿਬ ਕਹਿੰਦੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, देवन को एक भगवान, जिसका दिया रह अगाए, बौर न तृष्णा लागै आए, मारै राखै एको आप, मानुख कै किछ नाही हाथ।
ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਗੁਰੂ ਕਹਿੰਦੇ ਆਸ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਰੱਖੋ, ਉਸ ਤੇ ਆਸ ਰੱਖੋ ਜਿਹੜਾ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਇੱਕ ਜਗ੍ਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਡੀ ਸਮਾਜਿਕ ਜੀਵਨ ਦੀ ਸੱਚਾਈ ਨੂੰ ਸਾਡੀਆਂ ਅੱਖਾਂ ਸਾਹਮਣੇ ਰੱਖ ਕੇ ਬੜੇ ਪਿਆਰੇ ਬਚਨ ਕਰਦੇ। ਕਹਿੰਦੇ ਜਿਨ੍ਹਾਂ ਪਿੱਛੇ ਹਉ ਗਈ ਸੇ ਮੈਂ ਪਿੱਛੇ ਪੀ ਰਵਿਆਸ, ਜਿਨ੍ਹਾਂ ਕੀ ਹਉ ਆਸੜੀ ਤਿੰਨਾ ਮਹਿੰਜੀ ਆਸ। ਉਹ ਕਹਿੰਦੇ ਸੰਸਾਰ 'ਚ ਕੀ ਹੁੰਦਾ ਹੈ, ਜਿਨ੍ਹਾਂ ਤੇ ਅਸੀਂ ਆਸ ਰੱਖ ਕੇ ਬੈਠੇ ਹੁੰਦੇ ਹਾਂ ਉਹਨਾਂ ਨੇ ਉਲਟੀਆਂ ਸਾਡੇ ਤੇ ਆਸਾਂ ਟਿਕਾਈਆਂ ਹੁੰਦੀਆਂ ਹਨ। ਜਿਨ੍ਹਾਂ ਪਿੱਛੇ ਮੈਂ ਗਈ, ਕਹਿੰਦੇ ਜਿਨ੍ਹਾਂ ਦੇ ਪਿੱਛੇ ਅਸੀਂ ਗਏ ਆਪਣੀ ਕਿਸੇ ਮੁਤਾਜੀ ਕਰਕੇ, ਜ਼ਰੂਰਤ ਕਰਕੇ, ਕੋਲ ਜਾ ਕੇ ਪਤਾ ਲੱਗਿਆ ਕਿ ਉਹ ਤੇ ਸਾਡੇ ਨਾਲ ਆਪਣੀਆਂ ਮੁਤਾਜੀਆਂ ਕਰਕੇ ਜੁੜੇ ਨੇ। ਜਿਨ੍ਹਾਂ ਤੇ ਮੈਂ ਆਪਣੀ ਲੋੜ ਕਰਕੇ ਆਸ ਰੱਖੀ ਸੀ, ਫਿਰ ਪਤਾ ਲੱਗਿਆ ਉਹ ਤੇ ਸਾਡੇ ਤੇ ਆਪਣੀਆਂ ਲੋੜਾਂ ਕਰਕੇ ਆਸਾਂ ਰੱਖ ਕੇ ਬੈਠੇ। ਤੇ ਸੱਚ ਇਹ ਹੈ ਦੂਜਿਆਂ ਦੀਆਂ ਆਸਾਂ ਤੇ ਅਸੀਂ ਪੂਰੇ ਨਹੀਂ ਉਤਰਦੇ ਹਾਂ ਤੇ ਦੂਜੇ ਸਾਡੀਆਂ ਆਸਾਂ ਤੇ ਪੂਰੇ ਨਹੀਂ ਉਤਰਦੇ। ਅਸੀਂ ਉਹਨਾਂ ਨੂੰ ਉਲਾਮੇ ਦੇਈ ਜਾਂਦੇ ਹਾਂ, ਉਹ ਸਾਨੂੰ ਉਲਾਮੇ ਦੇਈ ਜਾਂਦੇ ਹਨ। ਉਹਲੇ ਪੜਦੇ 'ਚ ਅਸੀਂ ਉਹਨਾਂ ਨੂੰ ਨਿੰਦੀ ਜਾਂਦੇ ਹਾਂ, ਉਹ ਸਾਨੂੰ ਨਿੰਦੀ ਜਾਂਦੇ ਹਨ। ਕਾਰਨ ਕੀ ਹੈ? ਅਸੀਂ ਮਨੁੱਖਾਂ ਤੇ ਆਸ ਰੱਖ ਕੇ ਜਿਉਂਦੇ ਹਾਂ, ਉਹਦੇ ਤੇ ਆਸ ਨਹੀਂ ਰੱਖਦੇ ਜਿਹੜਾ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇ ਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਕਬੀਰ ਸਾਹਿਬ ਕਹਿੰਦੇ ਆਸਾ ਕਰੀਏ ਰਾਮ ਕੀ, ਪਰਮਾਤਮਾ ਤੇ ਆਸ ਰੱਖੋ। ਅਵਰੈ ਆਸ ਨਿਰਾਸ਼, ਰੱਬ ਤੋਂ ਬਿਨਾਂ ਬੰਦਿਆਂ ਤੇ ਆਸ ਰੱਖੋਗੇ ਅਖੀਰ ਨਿਰਾਸ਼ ਹੋਣਾ ਪਵੇਗਾ। ਨਰਕ ਪਰੈ ਤੇ ਮਾਨਈ, ਜੋ ਹਰ ਨਾਮ ਉਦਾਸ। ਕਹਿੰਦੇ ਜਿਹੜੇ ਰੱਬ ਦੇ ਨਾਮ ਵਾਲੇ ਪਾਸਿਓਂ, ਰੱਬ ਵਾਲੇ ਪਾਸਿਓਂ ਮੂੰਹ ਮੋੜ ਕੇ ਬੰਦਿਆਂ ਤੇ ਆਸ ਰੱਖ ਕੇ ਜਿਉਂਦੇ ਹਨ, ਅਖੀਰ ਜਦੋਂ ਉਹ ਦੁੱਖਾਂ ਦੇ ਨਰਕ ਦੇ ਵਿੱਚ ਜਾ ਕੇ ਪੈਂਦੇ ਹਨ ਤੇ ਫਿਰ ਉਹਨਾਂ ਦੀਆਂ ਜਾ ਕੇ ਅੱਖਾਂ ਖੁੱਲ੍ਹਦੀਆਂ ਨੇ ਕਿ ਅਸੀਂ ਰੱਬ ਨੂੰ ਛੱਡ ਕੇ ਕਿਹਨਾਂ ਤੇ ਆਸ ਰੱਖ ਕੇ ਬੈਠੇ ਸੀ। ਉਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਹੈ ਜਦੋਂ ਐਨ ਕੋਈ ਵੱਡੀ ਗਹਿਰੀ ਚੋਟ ਵੱਜਦੀ ਹੈ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਇਸ ਸ਼ਲੋਕ ਅੰਦਰ ਭਗਤ ਕਬੀਰ ਜੀ ਨੇ ਉਹਨਾਂ ਪੁਰਖਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਪਹਿਲਾਂ ਤੇ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਇਹ ਕਹਿ ਕੇ ਛੱਡ ਦਿੱਤੀਆਂ, ਜੀ ਇਹ ਤੇ ਜੰਜਾਲ ਹੈ, ਇਹ ਤੇ ਜਾਲ ਹੈ, ਇਹ ਤੇ ਰੱਬ ਦੇ ਰਾਹ 'ਚ ਰੁਕਾਵਟ ਹਨ, ਇਹਨਾਂ ਨੂੰ ਛੱਡ ਕੇ ਤਿਆਗੀ ਬਣ ਜਾਵੋ, ਸੰਨਿਆਸੀ ਬਣ ਜਾਓ। ਘਰ ਪਰਿਵਾਰ ਨੂੰ ਛੱਡ ਕੇ ਤੇ ਬਹਿ ਗਏ ਆਪਣੇ ਵੱਖਰੇ ਆਸ਼ਰਮ ਬਣਾ ਕੇ, ਡੇਰੇ ਬਣਾ ਕੇ, ਕੋਈ ਇੱਦਾਂ ਦੀਆਂ ਹੋਰ ਜਗ੍ਹਾ ਬਣਾ ਕੇ। ਤੇ ਕਬੀਰ ਸਾਹਿਬ ਕਹਿੰਦੇ ਹੋਇਆ ਕਿ ਘਰ ਪਰਿਵਾਰ ਤਾਂ ਇਸ ਭਾਵਨਾ ਦੇ ਨਾਲ ਛੱਡਿਆ ਸੀ ਕਿ ਸੰਸਾਰ ਨਾਲੋਂ ਮੋਹ ਤੋੜ ਕੇ ਤੇ ਨਿਰੰਕਾਰ ਦੇ ਨਾਲ ਪ੍ਰੀਤ ਬਣਾਉਣੀ ਹੈ, ਰੱਬ ਦੇ ਨਾਲ ਜੁੜਨਾ ਹੈ, ਉਹਦੇ ਨਾਲ ਸਾਂਝ ਬਣਾਉਣੀ ਹੈ। ਕਿਉਂਕਿ ਪਤਾ ਲੱਗ ਗਿਆ ਕਿ ਦੁਨੀਆ ਤੇ ਆਸ ਰੱਖਿਆ ਅਖੀਰ ਜੀਵਨ 'ਚ ਨਿਰਾਸ਼ਾ ਪੱਲੇ ਪੈਂਦੀ ਹੈ। ਪਰ ਇੱਕ ਪਾਸਾ ਤੇ ਉਹਨਾਂ ਨੇ ਠੀਕ ਹੈ ਕਹਿੰਦੇ ਛੱਡਿਆ, ਪਰ ਕੇਵਲ ਸਰੀਰ ਕਰਕੇ ਛੱਡਿਆ, ਮਨ ਦੂਜੀ ਜਗ੍ਹਾ ਤੇ ਜੋੜ ਲਿਆ। ਉਹ ਫਿਰ ਉਹ ਉਸੇ ਤਰ੍ਹਾਂ ਦਾ ਮੋਹ ਮਮਤਾ ਦਾ ਜਾਲ ਤੇ ਜੰਜਾਲ ਸੀ। ਕਬੀਰ ਸਾਹਿਬ ਕਹਿੰਦੇ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ। ਡੇਰੇ ਆਪਣੇ ਬਣਾ ਲਏ, ਚੇਲੇ ਬਣਾ ਲਏ, ਆਪਣੇ ਡੇਰਿਆਂ ਦੀਆਂ ਅੱਗੇ ਤੋਂ ਅੱਗੇ ਸ਼ਾਖਾ ਤਾਂ ਬਣਾ ਲਈਆਂ, ਪਰ ਜਿਹੜੇ ਰੱਬ ਦੇ ਨਾਲ ਜੁੜਨਾ ਸੀ ਉਸ ਰੱਬ ਦੇ ਨਾਲ ਸਾਂਝ ਨਾ ਬਣਾਈ। ਉਹ ਦੂਜੇ ਪਾਸੇ ਦਾ ਇੱਕ ਅਡੰਬਰ ਨਵਾਂ ਸ਼ੁਰੂ ਕਰ ਲਿਆ, ਵੱਧ ਤੋਂ ਵੱਧ ਚੇਲੇ ਰੱਖ ਲਏ, ਉਹਨਾਂ ਦੇ ਵਿੱਚ ਹੀ ਹੁਣ ਉਲਝ ਕੇ ਰਹਿ ਗਿਆ। ਚਾਲੇ ਥੇ ਹਰ ਮਿਲਣ ਕੋ ਵਿਚੈ ਅਟਕਿਓ ਚੀਤ। ਕਹਿੰਦੇ ਘਰੋਂ ਤੁਰੇ ਤੇ ਇਸ ਭਾਵਨਾ ਦੇ ਨਾਲ ਸੀ ਕਿ ਰੱਬ ਨੂੰ ਮਿਲਾਂਗੇ, ਰੱਬ ਤੱਕ ਪਹੁੰਚਾਂਗੇ, ਪਰ ਰਸਤੇ ਦੇ ਵਿੱਚ ਹੀ ਅਟਕ ਗਏ। ਫਰਕ ਇੰਨਾ ਕਿ ਗ੍ਰਸਤੀ ਆਪਣੇ ਬੱਚਿਆਂ ਦੇ ਵਿੱਚ ਅਟਕਿਆ ਪਿਆ ਹੈ ਤੇ ਜਿਹਨੇ ਗ੍ਰਸਤ ਨੂੰ ਠੋਕਰ ਮਾਰੀ ਤੇ ਡੇਰਾ ਬਣਾ ਲਿਆ ਉਹ ਆਪਣੇ ਚੇਲਿਆਂ ਦੇ ਵਿੱਚ ਅਟਕ ਕੇ ਰਹਿ ਗਿਆ ਹੈ। ਉਹ ਵੀ ਅਟਕਿਆ ਹੈ, ਉਹ ਵੀ ਅਟਕਿਆ। ਇੱਕ ਜਗ੍ਹਾ ਹੋਰ ਕਬੀਰ ਸਾਹਿਬ ਦਾ ਬਿਲਕੁਲ ਅਖੀਰ ਤੇ ਜਾ ਕੇ ਇਹ ਸ਼ਲੋਕ ਹੈ, ਕਹਿੰਦੇ ਜੇ ਤੇ ਹਾਂ ਅਸੀਂ ਗ੍ਰਸਤੀ, ਸਾਡਾ ਫਰਜ਼ ਬਣਦਾ ਹੈ ਆਪਣੇ ਗ੍ਰਸਤ ਪ੍ਰਤੀ, ਆਪਣੇ ਪਰਿਵਾਰ ਪ੍ਰਤੀ ਐਨ ਇਮਾਨਦਾਰ ਹੋ ਕੇ ਆਪਣੇ ਗ੍ਰਸਤ ਜੀਵਨ ਦਾ ਨਿਰਵਾਹ ਪ੍ਰਵਾਹ ਕਰੀਏ।
ਤੇ ਜੇ ਕਹਿੰਦੇ ਤੂੰ ਇਮਾਨਦਾਰੀ ਦੇ ਨਾਲ ਗ੍ਰਸਤ ਨੂੰ ਨਹੀਂ ਨਿਭਾ ਸਕਦਾ, ਬੈਰਾਗੀ ਬਣਨਾ ਚਾਹੁੰਦਾ ਹੈ, ਬੈਰਾਗੀ ਤਿਆਗੀ ਬਣ ਜਾ, ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਬੈਰਾਗੀ ਤੇ ਤਿਆਗੀ ਬਣ ਕੇ ਫੇਰ ਉਸੇ ਤਰ੍ਹਾਂ ਦੇ ਮਾਇਆ ਦੇ ਜੰਜਾਲਾਂ 'ਚ ਵਿਕਾਰਾਂ ਦੇ ਜੰਜਾਲਾਂ 'ਚ ਫਸਦਾ ਹੈ, ਉਹਨੂੰ ਫਿਰ ਕਬੀਰ ਸਾਹਿਬ ਕਹਿੰਦੇ ਤੇਰੇ ਤੋਂ ਵੱਧ ਮਾੜੇ ਭਾਗਾਂ ਵਾਲਾ ਕੋਈ ਨਹੀਂ ਹੋ। ਕਬੀਰ ਜੋ ਗ੍ਰਹਿ ਕਰੈ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਵੱਡੋ ਅਭਾਗ। ਕਹਿੰਦੇ ਜਿਹੜਾ ਬੈਰਾਗੀ ਤਿਆਗੀ ਹੋ ਕੇ ਵੀ ਉਹ ਉਸੇ ਤਰ੍ਹਾਂ ਦੇ ਬੰਧਨਾਂ 'ਚ ਫਸ ਗਿਆ, ਉਹਦੇ ਤੋਂ ਮਾੜੇ ਭਾਗਾਂ ਵਾਲਾ ਕੌਣ ਹੋ ਸਕਦਾ ਹੈ। ਇਹ ਤੇ ਕਬੀਰ ਸਾਹਿਬ ਕਹਿੰਦੇ ਉਹ ਗੱਲ ਬਣ ਗਈ ਕਿ ਚੱਲ ਇੱਥੇ ਹਰ ਮਿਲਣ ਕੋ, ਵਿੱਚੇ ਅਟਕਿਓ ਚੀਤ ਚੱਲੇ। ਤੇ ਰੱਬ ਨੂੰ ਮਿਲਣ ਦੇ ਲਈ ਸੀ, ਪਰ ਰਸਤੇ ਦੇ ਵਿੱਚ ਫੇਰ ਮੋਹ ਦੀ ਰੁਕਾਵਟ ਨੇ ਰੋਕ ਲਿਆ। ਕਬੀਰ ਕਾਰਨ ਬਪਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ। ਹੁਣ ਵੇਖੋ ਬਾਣੀ ਦਾ, ਗੁਰਮਤਿ ਦਾ ਇੱਕ ਸਿਧਾਂਤ ਹੈ ਕਿ ਕਰਨ ਕਰਾਵਣ ਹਾਰ ਪਰਮਾਤਮਾ ਹੈ। ਜੇ ਵਾਹਿਗੁਰੂ ਦੀ ਰਹਿਮਤ ਹੈ ਤੇ ਫਿਰ ਕਰਤਾ ਪੁਰਖ ਜਦੋਂ ਵਿੱਚ ਖਲੋਂਦਾ ਹੈ ਤੇ ਵਾਲ ਵੀ ਵਿੰਗਾ ਨਹੀਂ ਹੁੰਦਾ। ਜਦੋਂ ਮਾਲਕ ਵਿੱਚ ਸਹਾਈ ਹੋਵੇ ਤੇ ਕਾਰਜ ਰਾਸ ਹੁੰਦਾ ਹੈ। ਇਸੇ ਨੂੰ ਗੁਰੂ ਕਹਿੰਦੇ ਥਿਰ ਘਰ ਬਹਿ ਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਕਬੀਰ ਸਾਹਿਬ ਕਹਿੰਦੇ ਕਬੀਰ ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੈ ਸਹਾਏ। ਜੇ ਰੱਬ ਦੀ ਰਹਿਮਤ ਨਾ ਹੋਵੇ, ਜੇ ਮਾਲਕ ਵਿੱਚ ਸਹਾਈ ਨਾ ਹੋਵੇ ਤੇ ਜੀਵ ਵਿਚਾਰਾ ਕੀ ਕਰ ਸਕਦਾ ਹੈ। ਅਸੀਂ ਆਪਣੇ ਆਪ 'ਚ ਕੁਝ ਨਹੀਂ ਕਰ ਸਕਦੇ। ਜੇ ਉਹਦੀ ਰਹਿਮਤ ਹੈ ਤੇ ਸਾਡਾ ਕੀਤਾ ਹੋਇਆ ਕੰਮ ਸਫਲ ਹੁੰਦਾ ਹੈ। ਜੇ ਉਹਦੀ ਰਹਿਮਤ ਕੋਈ ਨਹੀਂ ਹੈ ਤੇ ਅਸੀਂ ਜਿੰਨੇ ਮਰਜ਼ੀ ਹੱਥ ਪੈਰ ਮਾਰਦੇ ਰਹੀਏ, ਕਿਤੇ ਪਹੁੰਚ ਨਹੀਂ ਸਕਦੇ ਹਾਂ। ਇਹਨੂੰ ਗੁਰੂ ਕਹਿੰਦੇ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਤੇ ਕਬੀਰ ਸਾਹਿਬ ਕਹਿੰਦੇ ਜਿਹ ਜਿਹ ਡਾਲੀ ਪੱਗ ਧਰੂ, ਸੋਈ ਮੁਰ ਮੁਰ ਜਾਏ। ਕਹਿੰਦੇ ਜੇ ਰੱਬ ਸਹਾਈ ਨਾ ਹੋਵੇ, ਜਦੋਂ ਤੇ ਰੱਬ ਸਹਾਈ ਹੋਵੇ ਨਾ, ਉਦੋਂ ਤਾਂ ਫਿਰ ਟੇਢੇ ਮੇਢੇ ਰਸਤੇ ਵੀ ਸਿੱਧੇ ਬਣਦੇ ਜਾਂਦੇ ਨੇ, ਮੰਨੇ ਮਾਰਗ ਠਾਕ ਨਾ ਪਾਏ, ਕੋਈ ਰੁਕਾਵਟ ਨਹੀਂ ਰਹਿੰਦੀ ਹੈ। ਤੇ ਜਦੋਂ ਰੱਬ ਦੀ ਰਹਿਮਤ ਨਾ ਹੋਵੇ ਤੇ ਕਬੀਰ ਸਾਹਿਬ ਕਹਿੰਦੇ ਸਿਖਰ ਤੇ ਚੜ੍ਹਨਾ ਹੋਵੇ, ਜਿਹੜੀ ਡਾਲੀ ਤੇ ਪੈਰ ਰੱਖੋ ਉਹੀ ਡਾਲੀ ਮੁੜਦੀ ਜਾਂਦੀ, ਬੰਦਾ ਤਾਂ ਜਾਂਦਾ ਠਾਂ ਡਿੱਗੀ ਜਾਂਦਾ, ਤਾਂ ਚੜ੍ਹਦਾ ਫਿਰ ਠਾਂ ਡਿੱਗੀ। ਕਾਰਨ ਕੀ ਹੈ? ਮਾਲਕ ਦੀ ਕਿਰਪਾ ਨਹੀਂ। ਤੇ ਉਹਦੀ ਕਿਰਪਾ ਤੋਂ ਬਿਨਾਂ ਸਾਡੇ ਕੀਤੇ ਹੋਏ ਯਤਨ ਵੀ ਸਕਾਰਥ ਨਹੀਂ ਜੇ ਪੈਂਦੇ। ਹਾਂ, ਸਿੱਖ ਨੇ ਉਦਮੀ ਬਣਨਾ ਹੈ, ਉਦਮ ਕਰਨਾ ਹੈ, ਪਰ ਸਫਲਤਾ ਉਦੋਂ ਹੈ ਜਦੋਂ ਉਹਦੀ ਕਿਰਪਾ ਵਰਤਦੀ ਹੈ, ਉਹਦੀ ਰਹਿਮਤ ਵਰਤਦੀ ਹੈ। ਇਸੇ ਕਰਕੇ ਗੁਰੂ ਨੇ ਵਾਰ-ਵਾਰ ਗੁਰ ਪ੍ਰਸਾਦ ਦੀ ਗੱਲ, ਤਵ ਪ੍ਰਸਾਦ ਦੀ ਗੱਲ, ਮਾਇਆ ਦੀ ਮਿਹਰ ਦੀ ਗੱਲ ਕੀਤੀ ਹੈ ਕਿ ਉਹਦੀ ਰਹਿਮਤ ਵਰਤੇਗੀ ਤੇ ਫਿਰ ਹੀ ਕਾਰਜ ਸਫਲ ਹੋ ਸਕਦੇ ਨੇ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਆਪਣੇ ਕੀਤੇ ਕੰਮਾਂ ਕਰਕੇ ਅਸੀਂ ਵਿਛੜੇ ਟੁੱਟੇ ਪਏ ਹਾਂ, ਜੁੜ ਕੇਵਲ ਆਪਣੇ ਕਰਮਾਂ ਸਦਕਾ ਨਹੀਂ ਸਕਦੇ। ਉਹਦੀ ਕਿਰਪਾ, ਉਹਦੀ ਰਹਿਮਤ ਹੀ ਸਾਨੂੰ ਮੰਜ਼ਿਲ ਤੱਕ ਪਹੁੰਚਾਉਣ ਵਾਲੀ ਹੈ। ਸੋ ਦਾਤਾ ਮਿਹਰ ਕਰੇ, ਦਾਤੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਸਾਡੇ ਸੰਸਾਰੀ ਜੀਵਨ ਅੰਦਰ, ਧਾਰਮਿਕ ਅਧਿਆਤਮਿਕ ਜੀਵਨ ਅੰਦਰ ਵਰਤਣ। ਜੀਵਨ ਦੀ ਸਫਲਤਾ, ਜੀਵਨ ਦੀ ਮੰਜ਼ਿਲ ਸਾਨੂੰ ਪ੍ਰਾਪਤ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।